ਈਓ ਨਾ ਹੋ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਪਿਆ। ਪ੍ਰਣਵਤ ਨਾਨਕ ਤਿਨ ਕੀ ਸ਼ਰਣਾ, ਜਿਨ ਤੂ ਨਾਹੀ ਵਿਸਰਿਆ। ਧੰਨ ਵਾਹਿਗੁਰੂ ਸਾਹਿਬ ਜੀਓ। ਮਾਝ ਮਹਿਲਾ ਪੰਜਵਾਂ। ਧੰਨ ਸੁਵੇਲਾ ਜਿਤ ਮੈਂ ਸਤਿਗੁਰ ਮਿਲਿਆ, ਸਫਲ ਦਰਸ਼ਨ ਨੇਤਰ ਪੇਖਤ ਤਰਿਆ। ਧੰਨ ਸੁਵੇਲਾ ਜਿਤ ਮੈਂ ਸਤਿਗੁਰ ਮਿਲਿਆ, ਸਫਲ ਦਰਸ਼ਨ ਨੇਤਰ ਪੇਖਤ ਤਰਿਆ। ਧੰਨ ਮੂਰਤ ਚਸੇ ਪਲ ਘੜੀਆਂ, ਧੰਨ ਸੋਇਓ ਸੰਜੋਗਾ ਜੀਓ। ਉਦਮ ਕਰਤ ਮਨ ਨਿਰਮਲ ਹੋਵਾ, ਹਰ ਮਾਰਗ ਚਲਤ ਭ੍ਰਮ ਸਗਲਾ ਖੋਇਆ। ਨਾਮ ਨਿਦਾਨ ਸਤਿਗੁਰੂ ਸੁਣਾਇਆ, ਮਿਟ ਗਏ ਸਗਲੇ ਰੋਗਾ ਜੀਓ। ਅੰਤਰ ਬਾਹਰ ਤੇਰੀ ਬਾਣੀ, ਤੁਧ ਆਪ ਕਥੀ ਤੈ ਆਪ ਵਖਾਣੀ। ਗੁਰ ਕਹਿਆ ਸਭ ਏਕੋ, ਏਕੋ ਅਵਰ ਨ ਕੋਈ ਹੋਏਗਾ ਜੀਓ। ਅੰਮ੍ਰਿਤ ਰਸ ਹਰ ਗੁਰ ਤੇ ਪੀਆ, ਹਰ ਪਹਿਨਣ ਨਾਮ ਭੋਜਨ ਥੀਆ। ਨਾਮ ਰੰਗ ਨਾਮ ਚੋਜ ਤਮਾਸ਼ੇ, ਨਾਉ ਨਾਨਕ ਕੀਨੇ ਭੋਗਾ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਜੀ ਨਿਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਜੋ ਲੜੀ ਗੁਰਬਾਣੀ ਵਿਚਾਰ ਦੀ ਆਰੰਭ ਹੋਈ ਆ, ਅੱਜ 99 ਅੰਕ ਦੇ ਉੱਤੇ ਇਹ ਸ਼ਬਦ ਨੰਬਰ 17 ਗੁਰੂ ਅਰਜਨ ਸਾਹਿਬ ਜੀ ਦਾ ਮਾਝ ਰਾਗ ਵਿੱਚ ਉਚਾਰਨ ਕੀਤਾ ਹੋਇਆ ਹੈ। ਅੱਜ ਪਹਿਲੀ ਪੰਕਤੀ ਤੋਂ ਹਜ਼ੂਰ ਆਖਦੇ ਨੇ, ਧੰਨ ਸੁਵੇਲਾ। ਧੰਨ ਸੁਵੇਲਾ, ਵੇਲਾ ਦਾ ਅਰਥ ਸਮਾਂ, ਵਕਤ, ਟਾਈਮ। ਕਹਿੰਦੇ ਇਹ ਟਾਈਮ ਧੰਨ ਆ ਜੀ, ਇਹ ਸਮਾਂ ਧੰਨ ਆ। ਇੱਥੇ 1 ਮਿੰਟ ਰੁਕਣਾ ਸਾਧ ਸੰਗਤ। ਗੁਰਬਾਣੀ ਦੇ ਵਿੱਚ ਕੁਝ ਪੜਾਵਾਂ ਨੂੰ, ਕੁਝ ਸ਼ਖਸੀਅਤਾਂ ਨੂੰ ਧੰਨ ਕਿਹਾ। ਗੁਰਬਾਣੀ ਦੇ ਵਿੱਚ ਪਹਿਲੇ ਨੰਬਰ ਤੇ ਰੱਬ ਨੂੰ ਧੰਨ ਕਿਹਾ। ਉਹ ਧੰਨ ਹੈ ਰੱਬ। ਬਾਣੀ ਵਿੱਚ ਬੜੀ ਵਾਰ ਆਏਗਾ, ਹਰ ਧਨ ਕਾ। ਜਦੋਂ
ਰੱਬ ਦੇ ਨਾਲ ਧਨ ਸ਼ਬਦ ਆਵੇ ਤੇ ਉਹ ਰੱਬ ਲਈ ਧਨ ਸ਼ਬਦ ਵਰਤੇ ਕਿ ਉਹ ਧਨ ਹੈ। ਫਿਰ ਗੁਰੂ ਲਈ ਧਨ ਸ਼ਬਦ ਆਇਆ। ਸਾਧ ਸੰਗਤ, ਮੈਂ ਇਹ ਪ੍ਰਮਾਣ ਨਹੀਂ ਇਕੱਠੇ ਕੀਤੇ ਕਿਉਂਕਿ ਜ਼ਿਆਦਾ ਕੀ ਗੱਲ ਤੁਰਦੀ ਨਹੀਂ, ਪਰ ਆਪਾਂ ਹਿੰਟ ਲੈ ਕੇ ਅੱਗੇ ਤੁਰ ਜਾਂਦੇ ਹਾਂ। ਗੁਰੂ ਨੂੰ ਵੀ ਧਨ ਕਿਹਾ ਤੇ ਧਿਆਨ ਰੱਖਣਾ, ਇਸ ਤੋਂ ਅਗਾਂਹ ਉਸ ਮਾਤਾ ਪਿਤਾ ਨੂੰ ਵੀ ਧਨ ਕਿਹਾ ਜਿਸ ਮਾਤਾ ਪਿਤਾ ਦੇ ਘਰ ਵਿੱਚ ਰੱਬ ਦਾ ਉਪਾਸ਼ਕ ਪੈਦਾ ਹੁੰਦਾ ਹੈ। ਪੰਕਤੀ ਯਾਦ ਆਈ ਕਿ ਧਨ ਧਨ ਪਿਤਾ, ਧਨ ਧਨ ਕੁਲ, ਧਨ ਧਨ ਸੋ ਜਨਨੀ। ਜਨਨੀ ਦਾ ਅਰਥ ਹੈ ਮਾਂ। ਉਹ ਮਾਂ ਵੀ ਧਨ ਆ, ਉਹ ਪਿਤਾ ਵੀ ਧਨ ਆ ਤੇ ਉਹ ਕੁਲ ਵੀ ਧਨ ਆ। ਕੁਲ ਲਈ ਵੀ ਧਨ ਸ਼ਬਦ ਆਇਆ ਜੀ। ਧਨ ਧਨ ਪਿਤਾ, ਧਨ ਧਨ ਕੁਲ, ਧਨ ਧਨ ਸੋ ਜਨਨੀ। ਜਿਨ ਗੁਰੂ ਜਣਿਆ ਮਾਇਆ। ਜਿਨ੍ਹਾਂ ਘਰ ਗੁਰੂ, ਰੱਬ ਦੀ ਮੂਰਤ, ਰੱਬ ਦਾ ਭਗਤ, ਰੱਬ ਦਾ ਉਪਾਸ਼ਕ ਪੈਦਾ ਹੋਇਆ, ਉਹ ਵੀ ਧਨ ਹੈ। ਇਸ ਤੋਂ ਅਗਾਂਹ ਉਸ ਜਗਿਆਸੂ ਲਈ ਧਨ ਸ਼ਬਦ ਆਇਆ ਜੀ, ਜਿਹੜਾ ਇਸ ਰਾਹ ਤੇ ਤੁਰਿਆ। ਇਸ ਤਰ੍ਹਾਂ ਕੁਝ ਸ਼ਖਸੀਅਤਾਂ ਵਾਸਤੇ, ਕੁਝ ਪੜਾਵਾਂ ਵਾਸਤੇ ਧਨ ਸ਼ਬਦ ਵਰਤੇ। ਜਿਹੜਾ ਅੱਜ ਸ਼ਬਦ ਆਪਾਂ ਸ਼ੁਰੂ ਕੀਤਾ ਹੈ, ਇੱਥੇ ਸਮੇਂ ਨੂੰ ਵੀ ਧਨ ਕਿਹਾ ਜੀ। ਸਮੇਂ ਨੂੰ ਵੀ ਬਾਣੀ ਵਿੱਚ ਧਨ ਕਿਹਾ ਵੀ ਆ ਸਮਾਂ ਧਨ ਆ। ਕਿਹੜਾ ਸਮਾਂ ਧਨ ਆ ਜੀ? ਆਓ, ਹਜ਼ੂਰ ਕਹਿੰਦੇ ਆ, ਧਨ ਸੂ ਵੇਲਾ ਜਿਤ ਮੈਂ ਸਤਿਗੁਰ ਮਿਲਿਆ। ਜਿਤ ਸਮੇਂ ਵਿੱਚ ਮੈਨੂੰ ਮੇਰਾ ਸਤਿਗੁਰੂ ਮਿਲਿਆ ਹੈ ਨਾ, ਉਹ ਸਮਾਂ ਧਨ ਹੈ। ਹੁਣ ਅਸੀਂ ਬੈਠੇ ਹਾਂ ਸਤਿਗੁਰੂ ਦੇ ਚਰਨਾਂ ਵਿੱਚ, ਆਹ ਸਮਾਂ ਧਨ ਜੇ। ਸਾਧ ਸੰਗਤ ਨਹੀਂ ਸਮਝੇ? ਅਸੀਂ ਆ ਹੁਣ ਗੁਰੂ ਦੇ ਚਰਨਾਂ ਵਿੱਚ ਬੈਠੇ ਹਾਂ, ਸਤਿਗੁਰੂ ਦੇ ਚਰਨਾਂ ਨਾਲ ਮਿਲੇ ਜੁੜੇ ਹਾਂ। ਭਾਵੇਂ ਸਾਡਾ ਮਨ ਕਿਸੇ ਦਾ ਘੱਟ ਲੱਗਦਾ, ਕਿਸੇ ਦਾ ਵੱਧ ਲੱਗਦਾ, ਕਿਸੇ ਦਾ ਲੱਗਦਾ ਵੀ ਨਾ ਹੋਵੇ, ਪਰ ਇੱਥੇ ਜਿਹੜਾ ਆ ਗਿਆ ਨਾ ਸਾਧ ਸੰਗਤ, ਜਿਹੜਾ ਸਮਾਂ ਬਤੀਤ ਕੀਤਾ ਹੈ, ਇਹ ਸਮਾਂ ਧਨ ਹੈ ਸਾਡੇ। ਤੇ ਜਿਵੇਂ ਹੀ ਅਸੀਂ ਇੱਥੋਂ ਬਾਹਰ ਨਿਕਲਣਾ ਹੈ, ਤੇ ਫਿਰ ਕੀ ਹੁੰਦਾ ਹੈ? ਫਿਰ ਉਹੀ ਦੁਨੀਆਦਾਰੀ, ਉਹੀ ਕਾਮ ਕ੍ਰੋਧ ਲੋਭ ਮੋਹੰਕਾਰ, ਉਹੀ ਚੁਗਲੀ ਨਿੰਦਾ, ਉਹੀ ਧੋਖਾ ਠੱਗੀ, ਉਹੀ ਬੁਰਾਈਆਂ, ਉਹੀ ਬੁਰੇ ਲੋਕ, ਬੁਰੀਆਂ ਸੋਚਾਂ, ਬੁਰੀਆਂ ਗੱਲਾਂ। ਇੱਥੇ ਜਿਹੜਾ ਅਸੀਂ ਬੈਠੇ ਹਾਂ ਸਾਧ ਸੰਗਤ, ਸਮਾਂ ਧਨ। ਇਸ ਤੋਂ ਬਾਹਰ ਤੇ ਫਿਰ ਉਹੀ ਬੁਰਾਈਆਂ 'ਚ ਸਮਾਂ ਲੰਘਦਾ ਹੈ ਨਾ ਜੀ। ਦੁਨੀਆਦਾਰੀ ਹੈ, ਝੂਠ ਸੱਚ ਬੋਲਣਾ ਪੈਂਦਾ, ਗੱਡੀ ਚੱਲਦੀ ਨਹੀਂ ਝੂਠ ਤੋਂ ਬਿਨਾਂ। ਕੋਈ ਕਵੇ ਕਿ ਆਪਣੀ ਜ਼ਿੰਦਗੀ ਦੀ, ਪਰਿਵਾਰ ਦੀ, ਕਾਰੋਬਾਰ ਦੀ ਗੱਡੀ ਮੈਂ ਸੱਚ ਬੋਲ ਕੇ ਚਲਾ ਲਾਂਗਾ, ਨਹੀਂ ਚੱਲਣੀ। ਇਹ ਸੰਸਾਰ ਕੂੜ ਹੈ ਸਾਧ ਸੰਗਤ, ਤੇ ਕੂੜੇ ਸੰਸਾਰ ਦੇ ਵਿੱਚ ਸਮਾਂ ਧਨ ਕਿੱਥੋਂ ਹੋਏਗਾ? ਇੱਥੇ ਆਏ ਆ, ਗੁਰੂ ਦੀ ਗੋਦ ਵਿੱਚ ਬੈਠੇ ਆ, ਇਹ ਸਮਾਂ ਧਨ। ਜਿੰਨਾ ਚਿਰ, ਚਲੋ ਵੱਖਰੀ ਗੱਲ ਆ, ਜਿਹੜਾ ਪੱਥਰ ਹੈ ਨਾ ਸਾਧ ਸੰਗਤ, ਉਹ ਜਿੰਨਾ ਚਿਰ ਪਾਣੀ 'ਚ ਡੁੱਬਾ ਰਹਿੰਦਾ ਉਹਨਾਂ ਚਿਰ ਭਿੱਜਾ ਰਹਿੰਦਾ ਹੈ। ਉਹ ਪੱਥਰ ਨੂੰ ਬਾਹਰ ਕੱਢ ਕੇ ਰੱਖ ਦੋ, ਉਹ 1 ਮਿੰਟ ਨਹੀਂ ਲੱਗਦਾ, ਸੁੱਕ ਜਾਂਦਾ। ਫਿਰ ਸੁੱਕੇ ਦਾ ਸੁੱਕਾ ਹੀ। ਚਲੋ ਜਿੰਨਾ ਚਿਰ ਪਾਣੀ 'ਚ ਡੁੱਬਿਆ ਉਹਨਾਂ ਚਿਰ ਤੇ ਗਿੱਲਾ ਰਹਿੰਦਾ ਹੈ ਨਾ ਜੀ। ਅਸੀਂ ਜਿੰਨਾ ਚਿਰ ਗੁਰੂ ਕੋਲ ਆਉਂਦੇ ਹਾਂ ਉਹਨਾਂ ਚਿਰ ਤੇ ਗੁਰੂ ਨਾਲ ਜੁੜੇ ਆ ਨਾ। ਚਲ ਇਹ ਸਮਾਂ ਸਾਡਾ ਧਨ ਆ ਜੀ। ਇਹ ਸਮਾਂ ਧਨ ਆ, ਕਿਉਂਕਿ ਜਿੰਨਾ ਚਿਰ ਅਸੀਂ ਗੁਰੂ ਕੋਲ ਬੈਠੇ ਆ ਉਹਨਾਂ ਚਿਰ ਅਸੀਂ ਬੁਰਾਈਆਂ ਵੱਲੋਂ ਬਚੇ ਹੋਏ ਆ। ਪੱਥਰ ਜਿੰਨਾ ਚਿਰ ਪਾਣੀ 'ਚ ਭਿੱਜਾ ਆ, ਡੁੱਬਿਆ, ਉਹਨਾਂ ਚਿਰ ਭਿੱਜਾ ਰਹਿੰਦਾ, ਗਿੱਲਾ ਰਹਿੰਦਾ। ਤੇ ਜਦੋਂ ਬਾਹਰ ਗਿਆ ਤੇ ਫਿਰ ਸੁੱਕ ਗਿਆ। ਬਾਹਰ ਗਏ ਤੇ ਫਿਰ ਉਹੀ ਗੱਲਾਂ ਹੋ ਗਈਆਂ। ਤੋ ਸਾਧ ਸੰਗਤ, ਹਜ਼ੂਰ ਕਹਿੰਦੇ ਆ, ਧਨ ਸੂ ਵੇਲਾ। ਉਹ ਵੇਲਾ ਧਨ ਆ। ਇੱਕ ਪੰਕਤੀ ਅਸੀਂ ਪੜ੍ਹਦੇ ਆ, ਧਨ ਸੂ ਵੇਲਾ ਜਿਤ ਦਰਸ਼ਨ ਕਰਨਾ, ਹਉ ਬਲਿਹਾਰੇ ਸਤਿਗੁਰੂ ਚਰਨ। ਧਨ ਸੂ ਵੇਲਾ, ਕਹਿੰਦੇ ਉਹ ਵੇਲਾ ਧਨ ਆ ਜਿਤ ਦਰਸ਼ਨ ਕਰਨਾ, ਜਦੋਂ ਅਸੀਂ ਗੁਰੂ ਕੋਲ ਆ ਕੇ ਦਰਸ਼ਨ ਕਰਦੇ ਹਾਂ। ਧਨ ਸੂ ਵੇਲਾ
ਜਿਤ ਦਰਸ਼ਨ ਕਰਨਾ ਉਹ ਸਮਾਂ ਧਨ ਆ ਜੀ। ਹੁਣ ਅਸੀਂ ਮੋਟੀ ਜੀ ਗੱਲ ਕਰ ਲਈਏ ਵੀ ਜਿਹੜਾ ਸਮਾਂ ਮੈਂ ਪਾਪ ਕਰਨ ਲੱਗਿਆਂ ਬਤੀਤ ਕੀਤਾ ਉਹ ਸਮਾਂ ਤੇ ਮੇਰੇ ਲਈ ਮਾੜਾ ਹੀ ਹੈ ਨਾ। ਜੇ ਮੈਂ ਸਮਾਂ ਪੁੰਨ ਕਰਨ ਵਿੱਚ ਲਾਇਆ, ਪੁੰਨ ਕਰਦੇ ਕਰਦੇ ਸਮਾਂ ਬਤੀਤ ਕੀਤਾ, ਉਹ ਸਮਾਂ ਚੰਗਾ ਹੈ। ਜਿਹੜਾ ਪਾਪ ਵਾਲਾ ਸਮਾਂ ਹੈ ਨਾ ਉਹਨੇ ਮੈਨੂੰ ਢਾਉਣਾ ਆ, ਤੇ ਜਿਹੜਾ ਪੁੰਨ ਧਰਮ ਵਾਲਾ ਪੁੰਨ ਕੀਤਾ ਸੀ ਜਿਹੜਾ ਉਹ ਸਮਾਂ ਸੀ ਉਹਨੇ ਮੈਨੂੰ ਤਾਰ ਦੇਣਾ, ਉਹਨੇ ਮੈਨੂੰ ਡੁਬੋਣਾ ਆ। ਪਾਪ ਵਾਲੇ ਸਮੇਂ ਨੇ, ਉਹ ਸਮਾਂ ਭੈੜਾ ਹੈ, ਉਹਨੇ ਡੁਬੋਣਾ ਹੈ ਮੈਨੂੰ ਲੇਖਾ ਦੇਣਾ ਪੈਣਾ। ਤੇ ਜਿਹੜਾ ਚੰਗਾ ਸਮਾਂ ਆ ਉਹਨੇ ਮੈਨੂੰ ਤਾਰ ਦੇਣਾ, ਉਹਨੇ ਮੇਰੇ ਪੱਖ ਵਿੱਚ ਹੋ ਜਾਣਾ ਹੈ। ਸ਼ੁਭ ਅਮਲਾਂ ਉਹ ਮੇਰੇ ਅਮਲ ਕੰਮ ਆਏਗਾ। ਤੋ ਸਾਸਨ ਧਨ ਸੁਵੇਲਾ ਜਿਤ ਮੈਂ ਸਤਿਗੁਰ ਮਿਲਿਆ। ਇਹ ਗੱਲ ਨੋਟ ਕਰ ਲੈਣਾ ਇੱਕ ਵੀ ਸਮਾਂ ਵੀ ਧਨ ਧਨ ਹੁੰਦਾ, ਰੱਬ ਵੀ ਧਨ ਧਨ ਆ, ਗੁਰੂ ਵੀ ਧਨ ਧਨ ਆ, ਜਗਿਆਸੂ ਵੀ ਧਨ ਆ, ਉਹ ਕੁੱਲ ਧਨ ਆ। ਸਮਾਂ ਵੀ ਟਾਈਮ ਵੀ ਧਨ ਹੁੰਦਾ ਹੈ, ਤੇ ਇਹਨੂੰ ਬਣਾਉਣਾ ਆਪਣੇ ਉੱਤੇ ਡਿਪੈਂਡ ਕਰਦਾ। ਸਮਾਂ ਭੈੜਾ ਬਣਾਉਣਾ ਹੈ ਕਿ ਚੰਗਾ ਬਣਾਉਣਾ, ਸਮਾਂ ਧਨਤਾ ਦੇ ਯੋਗ ਬਣਾਉਣਾ ਹੈ ਕਿ ਨਹੀਂ ਬਣਾਉਣਾ, ਇਹ ਤੇ ਸਾਡਾ ਹੀ ਫੈਸਲਾ ਹੈ ਨਾ, ਸਾਡੀ ਚੋਇਸ ਆ। ਜੇ ਅਸੀਂ ਚੰਗਾ ਕਰਮ ਕਰ ਦਈਏ, ਗੁਰੂ ਕੋਲ ਆ ਕੇ ਬਹਿ ਜਾਈਏ, ਸਮਾਂ ਧਨ ਹੋ ਗਿਆ, ਸਫਲਾ ਹੋ ਗਿਆ। ਤੇ ਬਾਕੀ ਕੀ ਹੈ, ਬਾਕੀ ਬੁਰਾਈਆਂ ਵਿੱਚ ਸਮਾਂ ਤੇ ਭਾਰ ਹੀ ਚੜਾਇਆ। ਅਸੀਂ ਸੁਣਦੇ ਆ ਰਹੇ ਹਾਂ ਵੀ ਬੰਦਾ ਖਾਲੀ ਹੱਥ ਆਉਂਦਾ ਹੈ, ਖਾਲੀ ਹੱਥ ਜਾਂਦਾ, ਨੰਗਾ ਆਉਂਦਾ ਹੈ, ਨੰਗਾ ਹੀ ਜਾਂਦਾ। ਪਰ ਇਹ ਗੱਲ ਸਹੀ ਨਹੀਂ ਹੈ ਵੀ ਬੰਦਾ ਇੱਥੇ ਆਇਆ ਤੇ ਖਾਲੀ ਹੱਥ ਸੀ ਤੇ ਪਾਪ ਦੀਆਂ ਪੰਡਾਂ ਭਰ ਕੇ ਲੈ ਕੇ ਇੱਥੋਂ ਜਾਂਦਾ। ਬੁਰਾਈ ਦੀਆਂ ਪੰਡਾਂ, ਪਾਪ ਦੀਆਂ ਪੰਡਾਂ, ਝੂਠ ਦੀਆਂ ਪੰਡਾਂ, ਧੋਖੇ ਠੱਗੀ ਦੀਆਂ ਪੰਡਾਂ ਲੈ ਕੇ ਜਾਂਦਾ। ਹਾਂ, ਬੰਦਾ ਆਇਆ ਜੀ ਖਾਲੀ ਹੱਥ ਤੇ ਪਾਪ ਦੀਆਂ ਪੰਡਾਂ ਜ਼ਿੰਦਗੀ 'ਚ ਪਤਾ ਨਹੀਂ ਕਿੰਨੀਆਂ ਕੁ ਭਰ ਲੀਆਂ ਬੰਦੇ ਨੇ। ਆਪਣੇ ਅਕਾਊਂਟ ਵਿੱਚ ਨਾਮ ਦੀ ਕਮਾਈ ਨਹੀਂ ਪਾਈ, ਬੁਰਾਈਆਂ ਹੀ ਪੱਲੇ ਪਾਏ ਗਏ। ਹੁਣ ਦੇਖੋ ਇੱਕ ਬਚਨ ਆਇਆ ਜੀ, ਇਹ ਵੀ ਅਕਾਊਂਟ ਹੈ ਜੀ, ਇਹ ਵੀ ਇੱਕ ਬੈਂਕ ਬੈਲੈਂਸ ਹੈ, ਚੰਗਿਆਈਆਂ ਦਾ ਤੇ ਬੁਰਾਈਆਂ ਦਾ। ਔਰ ਅਸੀਂ ਰੋਜ਼ ਪੜ੍ਹਦੇ ਹਾਂ ਜੀ ਨਿਤਨੇਮ ਦੇ ਵਿੱਚ ਕਿ ਚੰਗਿਆਈਆਂ ਬੁਰਾਈਆਂ ਵਾਚੈ ਧਰਮ ਹਦੂਰ। ਚੰਗਿਆਈਆਂ ਬੁਰਾਈਆਂ ਵਾਚੀਆਂ ਜਾਂਦੀਆਂ, ਇਹ ਵਾਚ ਰੱਬ ਵੇਖਦਾ ਹੈ, ਇਹਦਾ ਫੈਸਲਾ ਹੋਣਾ, ਇਹਨੂੰ ਵੇਖਣਾ ਰੱਬ ਨੇ, ਇਹਨੂੰ ਪਰਖਣਾ ਹੈ, ਚੰਗਿਆਈਆਂ ਨੂੰ ਤੇ ਬੁਰਾਈਆਂ ਨੂੰ। ਰੱਬ ਨੇ ਇਹ ਨਹੀਂ ਪੁੱਛਣਾ ਵੀ ਤੂੰ ਖਾਧਾ ਕੀ ਸੀ। ਕੋਈ ਬੁਰੀ ਚੀਜ਼ ਖਾ ਕੇ ਚੰਗੇ ਅਮਲ ਕਰ ਜਾਂਦਾ, ਚੰਗੇ ਫੈਸਲੇ ਕਰ, ਚੰਗੀਆਂ ਗੱਲਾਂ ਕਰ, ਚੰਗੇ ਕਰਮ ਕਰ ਜਾਂਦਾ। ਤੇ ਕੋਈ ਬੰਦਾ ਚੰਗੀਆਂ ਚੀਜ਼ਾਂ ਖਾ ਕੇ ਵੀ ਬੁਰਾਈਆਂ ਕਰ ਜਾਂਦਾ। ਖਾਣ ਦਾ ਸੰਬੰਧ ਚੰਗਿਆਈ ਬੁਰਾਈ ਨਾਲ ਥੋੜਾ ਕੋਈ ਹੈਗਾ। ਖਾਣ ਦਾ ਸੰਬੰਧ ਚੰਗਿਆਈ ਬੁਰਾਈ ਨਾਲ ਨਹੀਂ। ਅਸੀਂ ਇਹ ਵੀ ਸੁਣਿਆ ਹੈ ਵੀ ਬੰਦਾ ਜਿਹੋ ਜਿਹਾ ਖਾਂਦਾ ਹੈ ਉਹੋ ਜਿਹਾ ਹੋ ਜਾਂਦਾ ਹੈ। ਅਸੀਂ ਸੁਣਦੇ ਆ ਰਹੇ ਹਾਂ। ਇਹ ਕੁਝ ਥਾਵਾਂ ਤੇ ਸਾਰੇ ਬੰਦੇ ਨੂੰ, ਕੁਝ ਬੰਦਿਆਂ ਵਾਸਤੇ ਹੈਗਾ। ਯੂਰਪ ਦੇ ਲੋਕ ਰੋਜ਼ ਕਿਸੇ ਨਾ ਕਿਸੇ ਰੂਪ ਵਿੱਚ ਉਹ ਮੀਟ ਖਾਂਦੇ ਨੇ, ਪਰ ਉਹਨਾਂ ਜਿਹੜੀ ਯੂਰਪ ਦੀ ਪਬਲਿਕ ਆ, ਸਰਕਾਰਾਂ ਭਾਵੇਂ ਜਿਹੋ ਜਿਹੀ ਮਰਜ਼ੀ, ਪਰ ਪਬਲਿਕ ਬਹੁਤ ਦਿਆਲੂ ਆ, ਬਹੁਤ ਦਿਆਲੂ। ਮੇਰਾ ਇੱਕ ਦੋਸਤ ਆ ਜੀ, ਕੈਨੇਡਾ ਦੇ ਵਿੱਚ ਟਰੱਕ ਚਲਾਉਂਦਾ, ਦਿੱਲੀ ਤੋਂ ਹੀ। ਉਹ ਕਹਿੰਦਾ ਵੀ ਮੈਂ ਜ਼ਿਆਦਾ ਪੈਸਾ ਕਮਾਉਣ ਦੇ ਲਾਲਚ ਵਿੱਚ ਨਾ, ਤੇ ਨਾਲੇ ਮਾਲਕ ਵੀ ਕਹਿੰਦਾ ਵੀ ਚੱਲ ਗੱਡੀ ਚਲਾਈ ਚੱਲ। ਕਹਿੰਦਾ ਉਹ ਕਹਿੰਦਾ ਵੀ ਮੈਨੂੰ ਨੀਂਦ ਆ ਗਈ, ਤੇ ਜਿਹੜੇ ਪੁਲ ਦੇ ਉੱਤੇ ਲੋਹੇ ਦੇ ਲੱਗੇ ਹੁੰਦੇ ਨੇ ਸਾਈਡਾਂ ਦੇ ਉੱਤੇ, ਟਰੱਕ ਕਹਿੰਦਾ ਵੀ ਉਹਨਾਂ ਦੇ ਵਿੱਚ ਵੱਜ ਗਿਆ, ਨਦੀ ਵਿੱਚ ਡਿੱਗਣ ਤੋਂ ਮੈਂ ਬਚ ਗਿਆ। ਤੇ ਕਹਿੰਦਾ ਵੀ ਟਰੱਕ ਪਲਟਿਆ, ਇੱਧਰ ਉੱਧਰ ਹੋਇਆ, ਤੇ ਮੇਰੇ ਪਿੱਛੇ ਅੰਗਰੇਜ਼ ਗੋਰੇ ਦਾ ਟਰੱਕ ਆ ਰਿਹਾ ਸੀ। ਉਹ ਕਹਿੰਦਾ ਵੀ ਕੀ ਹੋਇਆ? ਕਹਿੰਦਾ ਵੀ ਮੈਂ ਉਹਨੂੰ ਸੱਚ ਦੱਸਿਆ ਵੀ ਮੈਨੂੰ ਨੀਂਦ ਆ ਗਈ ਸੀ। ਉਹ ਕਹਿੰਦਾ ਵੀ ਪਿੱਛੇ ਪੁਲਿਸ ਆ ਰਹੀ ਆ, ਤੇਰੇ ਪਿੱਛੇ ਹੁਣ 2 ਮਿੰਟਾਂ 'ਚ ਪੁਲਿਸ ਆ ਜਾਣੀ ਉੱਥੇ।
ਪੁਲਿਸ ਨੂੰ ਇਹ ਨਾ ਕਵੇ ਵੀ ਤੈਨੂੰ ਨੀਂਦ ਆ ਗਈ ਸੀ, ਨਹੀਂ ਤੇ ਤੇਰਾ ਲਾਇਸੈਂਸ ਕੈਂਸਲ, ਤੇਰੀ ਇੱਥੇ ਜਿਹੜੀ PR ਜਿਹੜੀ ਹੈ ਉਹ ਵੀ ਕੈਂਸਲ ਹੋ ਸਕਦੀ ਹੈ। ਤੈਨੂੰ ਕਿੰਨੇ ਸਮੇਂ ਵਾਸਤੇ ਤੈਨੂੰ ਡਰਾਈਵਿੰਗ ਕਰਨ ਵਾਸਤੇ ਰੋਕ ਵੀ ਲੱਗ ਸਕਦੀ ਆ, ਵੀ ਹੋਰ ਜੁਰਮਾਨੇ ਵਗੈਰਾ ਵੀ ਲੱਗ ਸਕਦੇ ਆ। ਤੇ ਤੂੰ ਪੁਲਿਸ ਨੂੰ ਇਹ ਆਖੀ ਵੀ ਮੇਰੇ ਅੱਗੇ ਹਿਰਨ ਆ ਗਿਆ ਸੀ ਤੇ ਮੈਂ ਹਿਰਨ ਨੂੰ ਬਚਾਉਣ ਦੇ ਚੱਕਰ ਵਿੱਚ ਗੱਡੀ ਇੱਧਰ ਨੂੰ ਮੋੜ ਦਿੱਤੀ ਤੇ ਇੱਧਰ ਵੱਜ ਗਈ। ਉਹ ਜਦੋਂ ਪੁਲਿਸ ਆਈ, ਜਦੋਂ ਉਹਨੇ ਇੰਝ ਹੀ ਕਹਿ ਦਿੱਤਾ, ਪੁਲਿਸ ਨੇ ਉਹਨੂੰ ਸ਼ਾਬਾਸ਼ ਦਿੱਤੀ, ਕਿਉਂਕਿ ਉਹ ਲੋਕ ਨੁਕਸਾਨ ਨੂੰ ਝੱਲਦੇ ਆ, ਪਰ ਜੀ ਜੰਤ ਦਾ ਨੁਕਸਾਨ ਹੋ ਜੇ ਉਹ ਬਰਦਾਸ਼ਤ ਨਹੀਂ ਉਹਨਾਂ ਨੂੰ। ਹੁਣ ਇਹ ਜੇ ਕਿਤੇ ਹੁੰਦਾ ਆਪਣਾ ਇੰਡੀਅਨ ਹੀ ਬੰਦਾ ਹੁੰਦਾ ਤੇ ਉਹਨੂੰ ਪੁੱਠੇ ਰਾਹ ਹੋਰ ਉਹਨੂੰ ਦੱਪਣਾ ਸੀ, ਪਰ ਇੱਕ ਗੋਰੇ ਨੇ ਉਹਨੂੰ ਐਸਾ ਗਾਈਡ ਕੀਤਾ ਵੀ ਉਹ ਬੰਦੇ ਦਾ ਭਲਾ ਹੋ ਗਿਆ, ਉਹ ਬੰਦੇ ਦਾ ਜੀ ਭਲਾ ਹੋ ਗਿਆ। ਪੁਲਿਸ ਵਾਲੇ ਨੇ ਸ਼ਾਬਾਸ਼ ਦਿੱਤੀ ਵੀ ਠੀਕ ਹੈ, ਤੂੰ ਆਪਣਾ ਨੁਕਸਾਨ ਕਰ ਲਿਆ ਪਰ ਤੂੰ ਹਿਰਨ ਨੂੰ ਬਚਾਇਆ। ਤੋ ਸਾਧ ਸੰਗਤ, ਉਹ ਲੋਕ ਮੀਟ ਸ਼ਰਾਬ ਖਾਂਦੇ ਨੇ, ਪਰ ਇਹਦਾ ਮਤਲਬ ਨਹੀਂ ਉਹ ਮੀਟ ਸ਼ਰਾਬਾਂ ਪੀਣ ਵਾਲੇ ਬੜੇ ਦੁਸ਼ਟ ਬੰਦੇ ਨੇ, ਉਹ ਦਿਆਲੂ ਆ। ਖਾਣ ਦੇ ਨਾਲ ਚੰਗਿਆਈ ਬੁਰਾਈ ਦਾ ਕੋਈ ਸੰਬੰਧ ਨਹੀਂ ਹੈ। ਤੇ ਧਿਆਨ ਰੱਖਣਾ, ਹਜ਼ੂਰ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਖਰਚ ਬਨ ਚੰਗਿਆਈਆਂ, ਕਹਿੰਦੇ ਨੇ ਆਪਣੇ ਅਕਾਊਂਟ ਵਿੱਚ ਖਰਚਾ ਬੰਨ ਲੈ, ਪੱਲੇ ਬੰਨ ਲੈ, ਕੀ ਚੰਗਿਆਈਆਂ ਕਰ ਲੈ, ਚੰਗੇ ਕੰਮ ਕਰ ਲੈ ਬੰਦਿਆ, ਮੌਕਾ ਆ, ਕੋਈ ਨਹੀਂ ਵਿਗੜਦਾ। ਲੋਕ ਜਿਮ ਜਾ ਕੇ ਪਸੀਨਾ ਵਹਾਉਂਦੇ ਆ, ਡੰਡ ਬੈਠਕਾਂ ਮਾਰਦੇ ਆ, ਭਾਰ ਚੁੱਕਦੇ ਆ, ਸਾਈਕਲ ਚਲਾਉਂਦੇ ਆ, ਰੇਸ ਕਰਦੇ ਆ, ਤੇ ਜੇ ਇੰਨਾ ਜ਼ੋਰ ਲਾ ਰਿਹਾ ਬੰਦਾ, ਉਹਦੇ ਤੋਂ 100 ਵਿੱਚੋਂ 10% ਜ਼ੋਰ ਲਾ ਦੇਣਾ, 90% ਲਾਉਣ ਦੀ ਜ਼ਰੂਰਤ ਨਹੀਂ ਜਿੰਨਾ ਜਿਮ 'ਚ ਬੰਦਾ ਜਾਂਦਾ, 10% ਜ਼ੋਰ ਲਾ ਕੇ ਚੰਗੇ ਕਰਮ ਕਰ ਸਕਦਾ। ਉਹਦੇ ਨਾਲੋਂ 10 ਗੁਣਾ ਛੱਡ ਦਿਓ, ਬਸ ਇੱਕ ਹਿੱਸਾ ਸੇਵਾ 'ਚ ਲਾ ਦਿਓ, ਉਹ ਚੰਗੇ ਕਰਮ ਕਰ ਲੈ ਬੰਦਾ। ਔਰ ਇਹ ਨਹੀਂ ਵੀ ਬੰਦੇ ਨੂੰ ਪਤਾ ਨਹੀਂ, ਚੰਗੇ ਕਰਮ ਤੇ ਮਾੜੇ ਕਰਮ ਦਾ ਬੰਦੇ ਨੂੰ ਪਤਾ ਹੈ। ਤੇ ਗੁਰੂ ਪਾਤਸ਼ਾਹ ਕਹਿੰਦੇ ਆ, ਅੱਗੇ ਜਾ ਕੇ ਜਿੱਥੇ ਚੰਗਿਆਈਆਂ ਬੁਰਾਈਆਂ ਵਾਚੇ ਧਰਮ ਹਦੂਰ, ਜਿੱਥੇ ਚੰਗਿਆਈਆਂ ਬੁਰਾਈਆਂ ਨੂੰ ਵੇਖਣਾ ਆ, ਤੱਕੜੀ ਦੇ ਛਾਬੇ ਵਿੱਚ ਮਾਪ ਤੋਲ ਹੋਣਾ ਆ ਬੰਦਿਆ, ਉੱਥੇ ਚੰਗਿਆਈਆਂ ਤੇਰੀਆਂ ਹੈ ਹੀ ਨਹੀਂ, ਲੈ ਕੇ ਕੀ ਜਾਏਗਾ? ਤੂੰ ਚੰਗਿਆਈਆਂ ਇਕੱਠੀਆਂ ਕਰ। ਅੱਗੇ ਸਾਡੀਆਂ ਚੰਗਿਆਈਆਂ ਕੰਮ ਆਉਣੀਆਂ ਨੇ। ਗੁਰੂ ਕਹਿੰਦੇ ਨੇ, ਖਰਚ ਬੰਨ ਚੰਗਿਆਈਆਂ। ਮੰਨ ਲਓ ਵੀ ਅਸੀਂ ਜਾਣਾ ਹੈ ਕੈਨੇਡਾ ਜਾਣਾ, ਤੇ ਪੱਲੇ ਖਰਚਾ ਤਾਂ ਚਾਹੀਦਾ ਨਾ ਸਾਥ ਸੰਗਤ। ਇੱਥੋਂ ਮੰਨ ਲਓ ਕਿ ਘੁੰਮਣ ਜਾਣਾ, ਕਸ਼ਮੀਰ ਜਾਣਾ, ਮਨਸੂਰੀ ਜਾਣਾ, ਸ਼ਿਮਲੇ ਜਾਣਾ, ਬੰਬੇ ਜਾਣਾ, ਗੋਆ ਜਾਣਾ, ਤੇ ਜੇ ਹੁਣ ਪੱਲੇ ਖਰਚਾ ਹੀ ਨਾ ਹੋਵੇ ਤੇ ਫਿਰ ਖਰਚਾ ਕਿਵੇਂ ਕਰਾਂਗੇ? ਕੀ ਕਿਰਾਇਆ ਦੇਵਾਂਗੇ? ਕੀ ਖਾਵਾਂਗੇ? ਕੀ ਰਵਾਂਗੇ? ਖਰਚਾ ਚਾਹੀਦਾ ਨਾ ਜੀ। ਗੋਆ ਜਾਣਾ ਆ ਤੇ ਸਾਨੂੰ ਖਰਚਾ ਚਾਹੀਦਾ ਵੀ ਉੱਥੇ ਅਸੀਂ ਖਰਚਾ ਵਰਤ ਲਵਾਂਗੇ, ਪੈਸਾ ਵਰਤ ਕੇ ਅਸੀਂ ਆਪਣੀ ਫੈਸਿਲਿਟੀ ਮਾਣ ਲਵਾਂਗੇ। ਹੁਣ ਗੁਰੂ ਕਹਿੰਦੇ ਆ ਵੀ ਲੋਕ ਤੂੰ ਪਰਲੋਕ ਵਿੱਚ ਜਾਣਾ ਆ, ਤੇ ਪਰਲੋਕ ਵਿੱਚ ਜਾਣ ਲੱਗਿਆ ਤੇਰੇ ਕੋਲ ਖਰਚਾ ਚਾਹੀਦਾ ਹੈ, ਤੇ ਉਹ ਖਰਚਾ ਵਾ ਚੰਗਿਆਈਆਂ ਦਾ। ਸਪਸ਼ਟ ਗੱਲ ਕਰ ਦਿੱਤੀ ਹੈ ਜੀ। ਖਰਚ ਬਨ ਚੰਗਿਆਈਆਂ ਮਤ ਮਨ ਜਾਣੇ ਕੱਲ। ਬੰਦਾ ਕਹਿੰਦਾ ਨਾ ਵੀ ਕੱਲ ਕਰ ਲਾਂਗੇ ਯਾਰ, ਕੱਲ ਕਰ ਲਾਂਗੇ। ਸਾਡੇ ਰਿਸ਼ਤੇਦਾਰ ਆ, ਉਹਨੂੰ ਬੜੀ ਵਾਰ ਕਿਹਾ ਪਰਿਵਾਰਾਂ ਨੇ, ਰਿਸ਼ਤੇਦਾਰਾਂ ਨੇ, ਜਦੋਂ ਕਦੇ ਇਕੱਠੇ ਹੁੰਦੇ ਨੇ ਵੀ ਯਾਰ ਤੇਰੀ ਸ਼ਰਾਬ ਬੜੀ ਗੰਦੀ ਆ, ਤੂੰ ਸ਼ਰਾਬ ਛੱਡ ਦੇ। ਉਹ ਕਹਿੰਦਾ ਕੋਈ ਗੱਲ ਨਹੀਂ, ਆਹ ਸਾਲ ਪੂਰਾ ਹੋ ਲੈਂਦੋ, ਅਗਲੇ ਸਾਲ ਛੱਡਤੀ। ਉਹ ਇਸ ਤਰ੍ਹਾਂ ਸਾਲ ਕਰਦੇ ਕਰਦਿਆਂ ਨੂੰ ਉਹਨੂੰ 25-30 ਸਾਲ ਹੋ ਗਏ ਨੇ। ਅਗਲੇ ਸਾਲ ਤੇ ਗੱਲ ਪਾ ਦਿੰਦਾ ਤੇ ਛੱਡਦਾ ਹੀ ਨਹੀਂ। ਜਦੋਂ ਚੰਗਾ ਕਰਮ ਕਰਨਾ ਨਾ ਸਾਧ ਸੰਗਤ, ਬੰਦੇ ਦਾ ਸੁਭਾਅ ਬਣ ਚੁੱਕਾ ਵੀ ਕੱਲ ਤੇ ਅੱਗੇ, ਅਗਲੇ ਸਾਲ, ਅਗਲੇ ਮਹੀਨੇ ਕਰਾਂਗਾ, ਉਹ ਕਰਾਂਗਾ, ਜੇ ਜਵਾਨੀ ਆ ਫਿਰ ਕਰਾਂਗਾ, ਅੱਗੇ ਪਾਈ ਜਾਂਦਾ, ਸਾਰੀ ਜ਼ਿੰਦਗੀ ਲੰਘ ਜਾਂਦੀ ਹੈ। ਫਿਰ ਗੁਰੂ ਕਹਿੰਦੇ ਨੇ, ਮਤਾ ਕਰੀ, ਇੰਜ ਨਾ ਕਰੀ, ਮਤ ਮਨ ਜਾਣੇ ਕੱਲ, ਵੀ ਤੂੰ ਕੱਲ ਕਰੇਗਾ ਨਹੀਂ, ਚੰਗਿਆਈ ਕਰਨੀ ਤੇ ਹੁਣੇ ਕਰ। ਗੁਰੂ ਅਰਜਨ ਸਾਹਿਬ ਮਹਾਰਾਜ ਨੇ ਸਹਿਸਕ੍ਰਿਤੀ ਬਾਣੀ ਉਚਾਰਨ ਕੀਤੀ ਹੈ। ਸਹਿਸਕ੍ਰਿਤੀ, ਉਹ ਸੰਸਕ੍ਰਿਤੀ ਨਹੀਂ ਆ, ਉਹ ਸਹਿਸਕ੍ਰਿਤੀ ਆ। ਤੇ ਸਹਿਸਕ੍ਰਿਤੀ ਦੋ ਭਾਸ਼ਾਵਾਂ ਦੀ ਇੱਕ ਭਾਸ਼ਾ ਆ। ਇੱਕ ਹੈਗੀ ਹੈ ਪ੍ਰਾਕ੍ਰਿਤ ਭਾਸ਼ਾ,
ਇੱਕ ਪਾਲੀ ਭਾਸ਼ਾ। ਇੰਡੀਆ ਦੇ ਵਿੱਚ ਕਈ ਜਗ੍ਹਾ ਤੇ ਪਾਲੀ ਭਾਸ਼ਾ ਦੇ, ਪ੍ਰਾਕਿਰਤ ਭਾਸ਼ਾ ਦੇ ਸ਼ਬਦ ਲੋਕੀ ਬੋਲਦੇ ਆ। ਪ੍ਰਾਕਿਰਤ ਭਾਸ਼ਾ ਤੇ ਪਾਲੀ ਭਾਸ਼ਾ ਮਿਲ ਕੇ ਇੱਕ ਭਾਸ਼ਾ ਬਣਦੀ ਹੈ, ਕਿਹੜੀ? ਸੈਸਕ੍ਰਿਤੀ। ਸੈਸਕ੍ਰਿਤੀ ਦਾ ਪਹਿਲਾ ਸ਼ਲੋਕ ਗੁਰੂ ਅਰਜਨ ਸਾਹਿਬ ਜੀ ਨੇ ਉਚਾਰਨ ਕੀਤਾ। ਉਹ ਕਹਿੰਦੇ ਨੇ, ਨਾ ਬਿਲੰਬ ਧਰਮੰਗ, ਨਾ ਬਿਲੰਬ, ਨਾ ਦੇਰੀ ਕਰੀ ਧਰਮ ਦੇ ਕੰਮ ਵਿੱਚ, ਵੀ ਚੰਗੇ ਕੰਮ 'ਚ ਦੇਰੀ ਨਾ ਕਰੀ, ਫੱਟ ਕਰ ਦਈ, ਬਸ ਫੱਟੇ ਚੱਕ ਦੇ ਚੰਗੇ ਕੰਮ ਦੇ। ਪਰ ਬੰਦੇ ਦਾ ਸੁਭਾਅ ਉਲਟਾ ਹੋ ਗਿਆ, ਬੁਰਾ ਕੰਮ ਕਰਨਾ ਹੋਵੇ ਤੇ ਫੱਟੇ ਚੱਕ ਦਿੰਦਾ ਹੈ, ਤੇ ਚੰਗਾ ਕੰਮ ਕਰਨਾ ਹੋਵੇ ਕਹਿੰਦਾ ਕੋਈ ਨਹੀਂ, ਕੱਲ ਦੇਖਾਂਗੇ ਯਾਰ, ਫਿਰ ਦੇਖਾਂਗੇ, ਕੋਈ ਗੱਲ ਨਹੀਂ, ਬੜੀ ਦੁਨੀਆ ਪਈ ਆਪੇ ਉਹ ਕਰ ਦੇਣਗੇ ਚੰਗੇ ਕੰਮ, ਸਾਡੇ ਅਸੀਂ ਥੋੜਾ ਕਰਨੇ, ਉਹ ਕਰਨਾ ਪਏ। ਤੋ ਸਾਧ ਸੰਗਤ, ਗੁਰੂ ਕਹਿੰਦੇ ਨੇ, ਨਾ ਬਿਲੰਬ ਧਰਮੰਗ, ਧਰਮ ਦੇ ਕੰਮ ਵਿੱਚ ਬਿਲੰਬ ਨਾ ਕਰੀ, ਦੇਰੀ ਨਾ ਕਰੀ। ਬਿਲੰਬ ਪਾਪੰਗ, ਪਾਪ ਦੇ ਕੰਮ ਵਿੱਚ ਜ਼ਰੂਰ ਦੇਰੀ ਕਰ ਲਿਆ। ਜਦੋਂ ਪਾਪ ਬੁਰਾ ਕੰਮ ਕਰਨਾ ਹੈ ਤੇ ਉਹਨੂੰ ਡਿਲੇ ਕਰ ਦੇ, ਤੇ ਜਦੋਂ ਚੰਗਾ ਕੰਮ ਕਰਨਾ ਹੈ, ਧਰਮ ਦਾ ਕੰਮ ਕਰਨਾ, ਬਿਲਕੁਲ ਦੇਰੀ ਨਾ ਕਰੀ, ਤਿਆਰ ਹੋ ਜੀ, ਬਸ ਕਹਿ ਦੋ ਵੀ ਚਲੋ ਕਰੋ, ਆਓ ਕਰੀਏ ਜੀ। ਤੋ ਸਾਧ ਸੰਗਤ ਆਓ, ਫਿਰ ਸਾਡਾ ਜਿਹੜਾ ਸਮਾਂ ਹੈ ਨਾ ਉਹ ਸਫਲਾ ਹੋ ਜਾਏਗਾ, ਉਹ ਸਮਾਂ ਧਨ ਧਨ ਹੋਏਗਾ। ਤੇ ਹਜ਼ੂਰ ਪਾਤਸ਼ਾਹ ਕਹਿੰਦੇ ਨੇ, ਧਨ ਸੋ ਵੇਲਾ ਜਿਤ ਮੈਂ ਸਤਿਗੁਰ ਮਿਲਿਆ। ਉਹ ਸਮਾਂ ਧਨ ਆ। ਫਿਰ ਨੋਟ ਕਰ ਲੈਣਾ ਸਾਧ ਸੰਗਤ, ਰੱਬ ਵੀ ਧਨ ਆ। ਏਡੀ ਵੱਡੀ ਹਸਤੀ ਨਾਲ ਧਨ ਸ਼ਬਦ ਆਇਆ, ਔਰ ਉਹ ਗੁਰੂ ਜਿਹੜਾ ਉਹਦਾ ਰੂਪ ਆ, ਗੁਰੂ ਇਸ ਵਾਸਤੇ ਵੀ ਧਨ ਸ਼ਬਦ ਆਇਆ। ਜਿਹੜਾ ਉਹਦਾ ਸਿੱਖ ਜਗਿਆਸੂ ਆ, ਧੰਨ ਧੰਨ ਸੋ ਗੁਰਸਿੱਖ ਕਹੀਏ, ਉਹਦੇ ਲਈ ਵੀ ਧੰਨ ਸ਼ਬਦ ਆਇਆ। ਗੁਰੂ ਕਹਿੰਦੇ, ਤੇਰੇ ਕੋਲ ਸਮਾਂ ਵਾ, ਹਰ ਜੀਵ ਕੋਲ ਸਮਾਂ ਹੈ, ਆਪਣਾ ਸਮਾਂ ਵੀ ਧੰਨ ਧੰਨ ਕਰ ਸਕਦਾ। ਧੰਨਤਾ ਦੇ ਯੋਗ ਸਮੇਂ ਨੂੰ ਬਣਾ ਸਕਦਾ, ਇਹਨੂੰ ਬਣਾਓ ਸਮੇਂ। ਤੋ ਸਾਧ ਸੰਗਤ, ਗੁਰੂ ਕਹਿੰਦੇ ਨੇ, ਇਹ ਉਹ ਸਮਾਂ ਧੰਨ ਆ, ਮੈਂ ਸਤਿਗੁਰੂ ਮਿਲਿਆ। ਜਦੋਂ ਮੈਂ ਸਤਿਗੁਰੂ ਨੂੰ ਮਿਲਿਆ ਤੇ ਸਫਲ ਦਰਸ਼ਨ ਨੇਤਰ ਪੇਖਤ ਤਰਿਆ। ਗੁਰੂ ਦਾ ਦਰਸ਼ਨ ਕੀਤਾ ਮੈਂ, ਸਤਿਗੁਰੂ ਦਾ, ਤੇ ਸਤਿਗੁਰੂ ਦਾ ਜਿਹੜਾ ਦਰਸ਼ਨ ਹੈ ਨਾ ਸਾਧ ਸੰਗਤ, ਉਹ ਮੇਰੀ ਜ਼ਿੰਦਗੀ ਵਾਸਤੇ ਸਫਲਤਾ ਆ, ਸਕਸੈਸ ਆ। ਮੇਰੀ ਜ਼ਿੰਦਗੀ ਜਿਹੜੀ ਹੈ ਨਾ ਉਹ ਐਵੇਂ ਨਹੀਂ ਗਈ, ਅਜਾਈ ਨਹੀਂ ਗਈ, ਮੇਰੀ ਜ਼ਿੰਦਗੀ ਸਫਲ ਹੋ ਗਈ। ਗੁਰੂ ਕਹਿੰਦੇ ਨੇ, ਸਫਲ ਦਰਸ਼ਨ, ਉਹਦਾ ਦਰਸ਼ਨ ਕੀਤਿਆਂ ਮੈਨੂੰ ਸਫਲਤਾ ਮਿਲ ਗਈ, ਮੇਰਾ ਜੀਵਨ ਸਫਲਾ ਹੋ ਗਿਆ। ਨੇਤਰ ਪੇਖਤ, ਮੈਂ ਆਪਣੇ ਨੇਤਰਾਂ ਨਾਲ ਵੇਖਿਆ, ਤੇ ਤਰਿਆ ਦਾ ਅਰਥ ਹੈ ਮੈਂ ਤਰ ਗਿਆ ਭਵਜਲ ਤੋਂ। ਮੈਂ ਸੰਸਾਰ ਸਾਗਰ 'ਚ ਜਿਹੜਾ ਡੁੱਬ ਰਿਹਾ ਸੀ, ਮੈਂ ਤਰ ਗਿਆ। ਸਾਡੇ ਸਿੱਖ ਧਰਮ ਨੂੰ 500-600 ਸਾਲ ਹੋ ਗਏ। ਸਾਡੇ 99% ਸਿੱਖਾਂ ਨੂੰ ਇਸ ਗੱਲ ਦਾ ਨਹੀਂ ਪਤਾ ਹੋਏਗਾ ਵੀ ਜਿਹੜਾ ਬਾਣੀ ਵਿੱਚ ਭਵਜਲ 'ਚ ਡੁੱਬਣ ਦੀ ਤੇ ਤਰਨ ਦੀ ਗੱਲ ਆਉਂਦੀ ਹੈ, ਡੁੱਬਣਾ ਕੀ ਹੁੰਦਾ ਤੇ ਤਰਨਾ ਕੀ ਹੁੰਦਾ। 99% ਸਾਨੂੰ ਨਹੀਂ ਪਤਾ। ਹੁਣ ਗੁਰੂ ਦੀ ਗੱਲ ਸਾਨੂੰ ਪਤਾ ਨਹੀਂ, ਤੇ ਮੈਂ ਕਹੀ ਜਾਵਾਂ ਵੀ ਮੈਂ ਤੇ ਗੁਰੂ ਦਾ ਸਿੱਖ ਹਾਂ, ਵੀ ਗੁਰੂ ਬਾਰੇ ਸਾਨੂੰ ਪਤਾ ਤੇ ਹੋਣਾ ਚਾਹੀਦਾ ਨਾ ਸਾਧ ਸੰਗਤ। ਸਾਨੂੰ ਸਤਿਗੁਰੂ ਦੇ ਬਾਰੇ ਪਤਾ ਹੋਣਾ ਚਾਹੀਦਾ ਹੈ ਕਿ ਮੇਰਾ ਗੁਰੂ ਕੈਸਾ ਹੈ, ਮੇਰੇ ਗੁਰੂ ਦਾ ਸੁਭਾਅ ਕੀ ਹੈ, ਮੇਰਾ ਗੁਰੂ ਕੀ ਕਹਿੰਦਾ ਹੈ, ਕੀ ਆਖਦੇ ਨੇ ਮੇਰੇ ਗੁਰੂ ਜੀ, ਮੇਰੇ ਸਤਿਗੁਰੂ ਨੇ ਕੀ ਕਿਹਾ ਹੈ, ਇੱਥੇ ਸਤਿਗੁਰੂ ਦਾ ਕੀ ਕਮਿਟ ਹੈ, ਸਤਿਗੁਰੂ ਇੱਥੇ ਕੀ ਕਹਿਣਾ ਚਾਹੁੰਦੇ, ਇਸ ਗੱਲ ਦੇ ਉੱਤੇ ਸਤਿਗੁਰੂ ਦਾ ਕੀ ਵਿਊ ਆ, ਨਹੀਂ ਪਤਾ। ਜੇ ਪਤਾ ਨਹੀਂ ਸਾਧ ਸੰਗਤ, ਇਹ ਸਾਡਾ ਹੀ ਨੁਕਸਾਨ, ਘਾਟ ਆ, ਕਮੀ ਆ ਸਾਡੇ 'ਚ, ਇਹਨੂੰ ਮੰਨ ਲੈਣਾ ਚਾਹੀਦਾ। ਜਦੋਂ ਅਸੀਂ, ਕੋਈ ਵੀ ਇਨਸਾਨ ਜਦੋਂ ਆਪਣੀ ਕਮੀ ਨੂੰ ਮੰਨ ਲੈਂਦਾ ਹੈ ਨਾ, ਉਹ ਫਿਰ ਕਮੀ ਦੂਰ ਹੋਣੀ ਸ਼ੁਰੂ ਹੋ ਜਾਂਦੀ ਐਟੋਮੈਟਿਕਲੀ। ਜਦੋਂ ਕੋਈ ਗਲਤੀ ਨੂੰ ਮੰਨ ਲੈਂਦਾ ਹੈ ਨਾ ਸਾਧ ਸੰਗਤ, ਉਹ ਗਲਤੀ ਅੰਦਰੋਂ ਡੈਮੇਜ ਹੋਣੀ ਸ਼ੁਰੂ ਹੋ ਜਾਂਦੀ ਹੈ। ਆਪਣੇ ਆਪ ਹੀ ਸਾਡਾ ਦਿਮਾਗ ਨੈਚੁਰਲੀ ਵਰਕ ਕਰੇਗਾ ਵੀ ਇਸ ਗਲਤੀ ਨੂੰ ਕੱਢਿਆ ਜਾਵੇ ਤੇ ਇਹਦੀ ਜਗ੍ਹਾ ਤੇ ਚੰਗਿਆਈ ਆ ਜਾਏ। ਜਦੋਂ ਮੰਨ ਕੇ ਦੇਖੋ ਬੰਦਾ ਸਹੀ, ਜੇ ਬੰਦੇ ਨੇ ਸਹੀ ਹੋਣਾ, ਸਹੀ ਰਾਹ ਤੇ ਚੱਲਣਾ, ਨੈਚੁਰਲ ਰਾਹ ਤੇ ਚੱਲਣਾ, ਉਹਨੂੰ ਮੰਨਣਾ ਪੈਣਾ। ਜਿਹੜਾ ਬੰਦਾ ਮੰਨਦਾ ਨਹੀਂ ਨਾ ਸਾਧ ਸੰਗਤ, ਉਹ ਆਪਣੇ ਅੰਦਰ ਬੁਰਾਈ ਨੂੰ ਛੁਪਾ ਕੇ ਹੋਰ ਵੱਡਾ ਕਰੀ ਜਾਂਦਾ, ਵੱਡਾ ਕਰੀ ਜਾਂਦਾ।
वो फिर एक दिन बुराई फटदी है बंब की तरह। तो सत्संग हजूर कहते ने नेत्र पेखत तरिया, मैं अपनी नेत्रा नाल वेखिया सतगुरु नूं ते मैं भवजल तो तर गया। दर्शन किया ते दर्शना ने मैनू तार दिता है। हुण ये तरना की है ते डुबना की है, फिर आपां विचारांगे। वैसे लगभग कई बार थोड़ा थोड़ा मैं हिंट जरूर दे दिंदा है। तो सत्संग अगला बचनिया धन मूरत चसे पल घड़ियां। कहंदे ने हुण देखो समा ते धन आ, गुरु कहंदे ने मूरत। मूरत का अर्थ है जी दो घड़ियां नूं मूरत कहा जाता है। जिवें 60 सकेंटां नूं घंटा कहा जाता है ते 12 घंटिया का दिन 24 घंटिया का दिन रात हो गया। इवें ही दो घड़ियां का एक समा जिहड़ा है ना उहनूं मूरत कहा जाता है। ते एक घड़ी 24 मिनटां दी हुंदी है। 24 मिनटां दी एक घड़ी, दो घड़ियां का एक मूरत हुंदा है। ते हजूर कहंदे ने धन मूरत, कहंदे भी दो घड़ियां जिहड़ियां ना समा वो भी धन है। धन मूरत चसे पल, ये पल ये चसा ये भी समय दियां इकाइयां ने, जिवें मिनट आ सकिंट आ घंटे आ। ते गुरु कहंदे ने घड़ियां 24 मिनटां दी जिहड़ी घड़ी हुंदी है वो घड़ियां भी सफल ने, वो पल भी सफले ने, धन आ। वो चसा भी धन आ, वो मूरत भी धन आ, भी ये समय धन आ। ते धन सो ओ संजोगा जियो, कहंदे वो संजोग जिहड़ा है ना, जिहड़ा मैं गुरु नाल मिलिया सी जाके, वो संजोग वो मिलाप धन है, वो मिलाप भी धन है। ते उद्यम करत मन निर्मल होवा, कहंदे उद्यम कीतियां मेरा मन निर्मल होया है। जे मैं उद्यम नहीं कीता ते मन निर्मल नहीं होना। उद्यम का अर्थ शरीर का भी उद्यम हुंदा है, मन का भी उद्यम हुंदा है। मन में जिहड़ी बुराई आ रही है उन्होंने कढ़ देना, वो मैल कढ़ के चंगियाई पाउणी, ये भी तो उद्यम आ मन का। उद्यम तो बिना रब का धर्म नहीं कमाया जा सकता। उद्यम तो बिना सुख नहीं पाया जा सकता। उद्यम तो बिना तरक्की नहीं की जा सकती। अज दुनिया विच जां जिहड़े लोकां ने, परिवारां ने, जिहड़े बच्चियां ने तरक्की की है, उन्होंने उद्यम किया। अमेरिका 300 साल पहला लभ्या देश है। जंगल दे विच जाके दुनिया वस गई। ते साडा हिंदुस्तान 10,000 साल पुरानी संस्कृति लई बैठा है। साडा देश इन्ना पुराना आ भी अमेरिका साडे अगे बच्चा आ उम्र दे विचों। ये 10,000 साल ते वो 300 साल, 300-400 साल लगभग। ते साडे 10,000 साल दे सामने जिहड़ा अमेरिका वा 300-400 साल का बच्चा आ, पर वो बच्चा तरक्की इन्नी कर गया भी सारे देश उहदे अगे हाथ जोड़ के खड़े आ। कोई नहीं कुसकदा उहदे अगे, कोई नहीं बोलता। जिन्हें कहता, जो उन्हें कहता ना, उहदा फैसला रब दा फैसला है भी इन्नी सुपर ताकत, इन्नी सुपर पावर, इहदा राज की है, इन्नी तरक्की दा राज की है, उद्यम कीता है जी। तो साध संगत उद्यम दे नाल भी जिथे दुनियादारी कमाई जाती है, उत्थे धर्म रब भी कमाया जाता है। ते गुरु ग्रंथ साहिब दे एक बचन आ, उद्यम करेंदिया जियो तू कमावंदिया सुख पुंच। कहंदे उद्यम करके जियो कमाउण वालिया तू सुख पुंच सकदा है, तू सुख मान सकदा है, उद्यम तो बिना नहीं। उद्यम करके हाँ, उद्यम जे ज्ञान वाला होवे, ज्ञान दे नाल होवे, वो उद्यम की वैल्यू बहुत पै जाती है। एक इट्टां लाउण वाला मिस्त्री किन्नी मेहनत करता, किन्ना उद्यम करता, पर एक नक्शा बनाउण वाला पढ़िया लिखिया बंदा जिहदे कोल ज्ञान आ, वो नक्शा बनांदा। टेबल ते बैठा, उन्हें कलम लई ते नक्शा बना के मारिया 2-4 मिनटां च। हुण वो 2-4 मिनटां दे विच जिहड़ा नक्शा बनाया